ਸਭ ਨੂੰ ਸਤਿ ਸ੍ਰੀ ਅਕਾਲ। ਅੱਜ ਆਪਾਂ CDP ਦੇ ਕੁਝ ਇੰਪੋਰਟੈਂਟ MCQ ਕਰਨ ਜਾਣੇ ਆ। ਥੋੜਾ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਆਪਾਂ ਕੁਐਸਚਨ ਨੂੰ ਡਾਇਰੈਕਟ ਪੜ੍ਹਦੇ ਆ। ਇਸ ਸਟੇਜ ਦੇ ਰਿਲੇਟਡ ਟੌਪਿਕ ਹੈਗਾ। ਇਹਦੇ ਵਿੱਚ ਮੈਂ ਤੁਹਾਨੂੰ ਕੁਇਕ ਰਿਵੀਜ਼ਨ ਵਾਸਤੇ ਕੁਝ MCQ ਪਾਏ ਜੋ ਪੇਪਰ ਦੇ ਵਿੱਚ ਤੁਹਾਨੂੰ ਦਿਖ ਜਾਂਦੇ ਹਨ, ਜੋ ਕਿ ਇਹਦੇ ਵਿੱਚ ਤੁਸੀਂ ਆਪਣੇ ਨੰਬਰ ਪੱਕੇ ਕਰ ਲਓ। 1-2 ਕੁਐਸਚਨ ਤਾਂ ਹਮੇਸ਼ਾ ਆਉਂਦੇ ਹੀ ਆਉਂਦੇ ਆ ਇਸ ਦੇ ਵਿੱਚੋਂ। ਤਾਂ ਚਲੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹਾਂ, ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ ਔਰ ਪਹਿਲਾ ਕੁਐਸਚਨ ਪੜ੍ਹਦੇ ਹਾਂ। ਉੱਤਰ ਬਾਲ ਅਵਸਥਾ, ਜਿਹੜੀ ਉੱਤਰ ਬਾਲ ਅਵਸਥਾ ਹੁੰਦੀ ਹੈ ਉਹ ਕਿਹੜੀ ਅਵਸਥਾ ਹੁੰਦੀ ਹੈ? ਇਹਦੇ ਬਾਰੇ ਦੱਸਿਆ ਹੈ ਕਿ ਲੜਕੇ ਅਤੇ ਲੜਕੀ ਦਾ ਕੱਦ ਅਤੇ ਭਾਰ ਸਮਾਨ ਹੁੰਦਾ ਹੈ। ਲੜਕੇ ਲੜਕੀਆਂ ਦੀ ਬਜਾਏ ਕੁਝ ਜ਼ਿਆਦਾ ਲੰਬੀਆਂ ਅਤੇ ਭਾਰੀਆਂ ਹੁੰਦੀਆਂ ਹਨ। ਲੜਕੀਆਂ ਲੜਕਿਆਂ ਦੀ ਬਜਾਏ ਕੁਝ ਘੱਟ ਲੰਬੀਆਂ ਅਤੇ ਘੱਟ ਭਾਰੀਆਂ ਹੁੰਦੀਆਂ ਹਨ। ਲੜਕੇ ਲੜਕੀਆਂ ਦੀ ਬਜਾਏ ਕੁਝ ਘੱਟ ਲੰਬੇ ਅਤੇ ਭਾਰ 'ਚ ਵੱਧ ਭਾਰ ਵਾਲੇ ਹੁੰਦੇ ਹਨ। ਤਾਂ ਕੁਐਸਚਨ ਨੰਬਰ 1 ਦਾ ਆਨਸਰ ਕੀ ਹੋਣਾ ਚਾਹੀਦਾ ਹੈ? ਇਹਦਾ ਆਨਸਰ ਹੋਣਾ ਚਾਹੀਦਾ ਆਪਸ਼ਨ ਨੰਬਰ 2, ਲੜਕੀਆਂ ਲੜਕਿਆਂ ਦੀ ਬਜਾਏ ਕੁਝ ਜ਼ਿਆਦਾ ਲੰਬੀਆਂ ਅਤੇ ਭਾਰੀਆਂ ਹੁੰਦੀਆਂ ਹਨ। ਆਪਸ਼ਨ ਨੰਬਰ 2 ਇਹਦਾ ਬਿਲਕੁਲ ਠੀਕ ਹੈ। ਅੱਗੇ ਕਰਦੇ ਹਾਂ ਆਪਾਂ ਕੁਐਸਚਨ ਨੰਬਰ 2, ਬੱਚਿਆਂ ਵਿੱਚ ਸਾਥੀ ਸਮੂਹਾਂ ਦਾ ਨਿਰਮਾਣ ਸਹਾਇਕ ਹੁੰਦਾ ਹੈ। ਤਾਂ ਮਤਲਬ ਕਿਹੜੀ ਉਮਰ ਕਿਸ ਉਹ ਹੁੰਦੀ ਹੈਗੀ ਅਵਸਥਾ ਜਦੋਂ ਸਾਥੀ ਸਮੂਹਾਂ ਦਾ ਨਿਰਮਾਣ ਹੁੰਦਾ? ਖੇਡਣ ਅਤੇ ਸਕਾਰਾਤਮਕ ਕਿਰਿਆਵਾਂ ਕਰਨ ਲਈ, ਗੱਪਾਂ ਮਾਰਨ ਅਤੇ ਨਿਖੇਧਾਤਮਕ ਕੰਮ ਕਰਨ ਲਈ, ਬੱਚਿਆਂ ਦੇ ਸਮਾਜੀਕਰਨ ਵਿੱਚ ਜਾਂ ਇੱਕ ਦੂਸਰੇ ਨਾਲ ਮੁਕਾਬਲਾ ਕਰਨ ਲਈ। ਤਾਂ ਕਾਹਦੇ ਵਾਸਤੇ ਹੁੰਦੀ ਆ? ਬੱਚਿਆਂ ਦੇ ਵਿੱਚ ਸਮਾਜੀਕਰਨ। ਇਸ ਕਰਕੇ ਬਹੁਤ ਜ਼ਿਆਦਾ ਹੁੰਦਾ ਜੇ ਅਗਰ ਆਪਾਂ ਕੀ ਕਰਨੇ, ਇੱਕ ਬੱਚਿਆਂ ਦਾ ਸਮੂਹ ਬਣਾਉਂਦੇ ਹਾਂ, ਜਿਵੇਂ ਕਿ ਬੱਚੇ ਸਕੂਲ 'ਚ ਜਾਂਦੇ ਆ ਉੱਥੇ ਕੀ ਆਪਣਾ ਇੱਕ ਗਰੁੱਪ ਬਣਾ ਲੈਂਦੇ ਆ, ਤਾਂ ਉਹਨਾਂ ਦਾ ਕੀ ਹੁੰਦਾ? ਸਮਾਜੀਕਰਨ ਹੁੰਦਾ ਹੈਗਾ। ਅੱਗੇ ਪੜ੍ਹਦੇ ਹਾਂ ਆਪਾਂ ਕੁਐਸਚਨ ਨੰਬਰ 3, ਬਾਲ ਅਵਸਥਾ ਵਿੱਚ ਬੱਚਿਆਂ ਵਿੱਚ ਨੈਤਿਕ ਵਿਕਾਸ ਡੈਸ਼ ਦਾ ਅਨੁਕਰਨ ਕਰਨ ਦੇ ਮਾਧਿਅਮ ਨਾਲ ਹੁੰਦਾ ਹੈ। ਮਾਤਾ ਪਿਤਾ ਦੇ ਵਿਵਹਾਰ ਨਾਲ, ਮਾਂ ਦੇ ਵਿਵਹਾਰ ਨਾਲ, ਮਾਤਾ ਪਿਤਾ ਦੋਨਾਂ ਦੇ, ਜਾਂ ਭੂਮਿਕਾ ਪ੍ਰਤੀ ਰੂਪਾਂ ਦੇ। ਤਾਂ ਕਿਸ ਦੇ ਹੁੰਦਾ ਹੈਗਾ? ਤਾਂ ਕੁਐਸਚਨ ਨੰਬਰ 3 ਦਾ ਆਨਸਰ ਕੀ ਹੋਏਗਾ? ਭੂਮਿਕਾ ਪ੍ਰਤੀ ਰੂਪਾਂ ਦੇ। ਆਪਸ਼ਨ ਨੰਬਰ 4 ਬਿਲਕੁਲ ਠੀਕ ਹੈ। ਅੱਗੇ ਪੜ੍ਹਦੇ ਹਾਂ ਆਪਾਂ ਕੁਐਸਚਨ ਨੰਬਰ 4, ਬੱਚੇ ਲਿੰਗ ਵਿਛੇਦਿਤ ਸਮੂਹਾਂ ਵਿੱਚ ਖੇਡਣਾ ਆਰੰਭ ਕਰਦੇ ਹਨ। ਪੂਰਵ ਬਾਲ ਅਵਸਥਾ ਵਿੱਚ, ਉੱਤਰ ਬਾਲ ਅਵਸਥਾ ਵਿੱਚ, ਸ਼ਿਸ਼ੂ ਕਾਲ ਵਿੱਚ ਜਾਂ ਪੂਰਵ ਕਿਸ਼ੋਰ ਅਵਸਥਾ ਵਿੱਚ। ਤਾਂ ਮਤਲਬ ਕਿ ਲਿੰਗ, ਮਤਲਬ ਕਿ ਜਿਹੜਾ ਬੱਚਾ ਕਹਿ ਦਿੰਦੇ ਨਾ ਕੁੜੀ ਮੁੰਡਾ, ਤਾਂ ਉਹ ਕਿਹੜੀ ਅਵਸਥਾ ਦੇ ਵਿੱਚ ਸਮਝਣ ਲੱਗ ਜਾਂਦੇ ਹੈਗੇ ਜਾਂ ਖੇਡਣ ਲੱਗ ਜਾਂਦੇ ਆ? ਤਾਂ ਇਹਦਾ ਆਨਸਰ ਕੀ ਹੋਊਗਾ? ਕੁਐਸਚਨ ਨੰਬਰ 4 ਦਾ ਆਨਸਰ ਹੋਏਗਾ ਉੱਤਰ ਬਾਲ ਅਵਸਥਾ ਵਿੱਚ। ਆਪਸ਼ਨ ਨੰਬਰ 2 ਇਹਦਾ ਬਿਲਕੁਲ ਠੀਕ ਹੈ। ਅੱਗੇ ਪੜ੍ਹਦੇ ਆਪਾਂ ਕੁਐਸਚਨ ਨੰਬਰ 5, ਇੱਕ 12 ਸਾਲ ਬੱਚਾ ਸਿੱਖ ਲੈਂਦਾ ਹੈ ਆਪਣੇ ਸੰਵੇਗਾਂ ਨੂੰ ਨਿਯੰਤਰਣ ਕਰਨਾ, ਆਪਣੇ ਸੰਵੇਗਾਂ ਨੂੰ ਨੰਗੇ ਸਪਸ਼ਟ ਰੂਪ ਵਿੱਚ ਨਿਯੰਤਰਣ ਕਰਨਾ। ਉਸਦਾ ਆਪਣੇ ਸੰਵੇਗਾਂ 'ਤੇ ਕੋਈ ਨਿਯੰਤਰਣ ਨਹੀਂ ਹੁੰਦਾ, ਉਹ ਆਪਣੇ ਸੰਵੇਗਾਂ 'ਤੇ ਵਿਆਪਕ ਰੂਪ ਵਿੱਚ ਨਿਯੰਤਰਣ ਰੱਖ ਸਕਦਾ ਹੈ। ਤਾਂ ਕੁਐਸਚਨ ਨੰਬਰ 5 ਦਾ ਆਨਸਰ ਕੀ ਹੋਣਾ ਚਾਹੀਦਾ? ਕੁਐਸਚਨ ਨੰਬਰ 5 ਦਾ ਆਨਸਰ ਹੋਣਾ ਚਾਹੀਦਾ ਉਹ ਆਪਣੇ ਸੰਵੇਗਾਂ 'ਤੇ ਵਿਆਪਕ ਰੂਪ ਵਿੱਚ ਨਿਯੰਤਰਣ ਰੱਖ ਸਕਦਾ ਹੈ ਜਦੋਂ ਇੱਕ 12 ਸਾਲ ਦਾ ਬੱਚਾ ਹੋ ਜਾਂਦਾ। ਆਪਸ਼ਨ ਨੰਬਰ 4 ਇਹਦਾ ਬਿਲਕੁਲ ਠੀਕ ਹੈ। ਅੱਗੇ ਪੜ੍ਹਦੇ ਹਾਂ ਆਪਾਂ ਕੁਐਸਚਨ ਨੰਬਰ 6, ਐਰਿਕਸਨ ਦੇ ਅਨੁਸਾਰ ਉੱਤਰ ਬਾਲ ਅਵਸਥਾ ਦਾ ਵਿਸ਼ੇਸ਼ ਲੱਛਣ ਡੈਸ਼ ਹੁੰਦਾ ਹੈ। ਮਿਹਨਤ ਬਨਾਮ ਹੀਨਤਾ ਦੀ ਭਾਵਨਾ, ਵਿਸ਼ਵਾਸ ਬਨਾਮ ਅਵਿਸ਼ਵਾਸ, ਪਹਿਲਾ ਕਰਨਾ ਬਨਾਮ ਅਪਰਾਧ ਭਾਵਨਾ, ਜਾਂ ਆਤਮੀਅਤਾ ਬਨਾਮ ਅਲਗਾਵ। ਤਾਂ ਕੁਐਸਚਨ ਨੰਬਰ 6 ਦਾ ਆਨਸਰ ਕੀ ਹੋਣਾ ਚਾਹੀਦਾ? ਆਪਸ਼ਨ ਨੰਬਰ 1, ਆਪਸ਼ਨ ਨੰਬਰ 1 ਇਹਦਾ ਆਨਸਰ ਹੈ ਮਿਹਨਤ ਬਨਾਮ ਹੀਨਤਾ ਦੀ ਭਾਵਨਾ, ਹੀਨਤਾ ਦੀ ਭਾਵਨਾ। ਆਪਸ਼ਨ ਨੰਬਰ 1 ਇਹਦਾ ਆਨਸਰ ਹੈ। ਅੱਗੇ ਪੜ੍ਹਦੇ ਆਪਾਂ ਕੁਐਸਚਨ ਨੰਬਰ 7, 12 ਸਾਲ ਦੀ ਉਮਰ ਤੱਕ ਪਹੁੰਚਣ ਤੱਕ ਇੱਕ ਬੱਚੇ ਦੀ ਸ਼ਬਦਾਵਲੀ ਡੈਸ਼ ਤੱਕ ਵਿਕਸਿਤ ਹੋ ਜਾਂਦੀ ਹੈ। ਕਿੰਨੀ? 3000 ਸ਼ਬਦ ਦੀ, 5000 ਸ਼ਬਦ ਦੀ, 7000 ਸ਼ਬਦਾਂ ਦੀ, ਜਾਂ 12000 ਤੋਂ ਵੀ ਵੱਧ ਸ਼ਬਦ ਦੀ। ਤਾਂ ਜਦੋਂ ਇੱਕ 12 ਸਾਲ ਦਾ ਬੱਚਾ ਹੋ ਜਾਂਦਾ ਤਾਂ ਉਹ ਕਿੰਨੇ ਸ਼ਬਦ ਜਾਣਨ ਲੱਗ ਜਾਂਦਾ? 12000 ਤੋਂ ਵੀ ਵੱਧ ਸ਼ਬਦ ਜਾਣਨ ਲੱਗ ਜਾਂਦਾ। ਆਪਸ਼ਨ ਨੰਬਰ 4 ਇਹਦਾ ਬਿਲਕੁਲ ਠੀਕ ਹੈ। ਅੱਗੇ ਪੜ੍ਹਦੇ ਹੈਗੇ ਹੈਵਿੰਗ ਹਰਸਟ ਨਾਂ ਦਾ ਹੇਠ ਲਿਖਿਆਂ ਵਿੱਚੋਂ ਕਿਸ ਦੇ ਪ੍ਰਤੀਪਾਦਨ ਲਈ ਪ੍ਰਸਿੱਧ ਹੈ? ਸਿੱਖਣ ਦੀ ਤਕਨੀਕਾਂ ਲਈ, ਮਨੋਵਿਗਿਆਨ ਦੇ ਸਿਧਾਂਤ ਲਈ, ਵਿਕਾਸਾਤਮਕ ਕੰਮ ਲਈ, ਚਿੰਤਨ ਦੀਆਂ ਕਿਸਮਾਂ ਲਈ। ਤਾਂ ਕਿਸ ਲਈ ਮਸ਼ਹੂਰ ਸਨ ਉਹ? ਆਪਸ਼ਨ ਨੰਬਰ 3, ਵਿਕਾਸਾਤਮਕ ਕੰਮ ਦੇ ਲਈ ਉਹ ਮਸ਼ਹੂਰ ਸਨ। ਕੌਣ? ਹੈਵਿੰਗ ਹਰਸਟ। ਅੱਗੇ ਪੜ੍ਹਦੇ ਹਾਂ ਆਪਾਂ ਕੁਐਸਚਨ ਨੰਬਰ 9, ਪਿਆਜੇ ਦੇ ਸਿਧਾਂਤ ਅਨੁਸਾਰ 7 ਤੋਂ 12 ਸਾਲ ਦੇ ਬੱਚਿਆਂ ਦੇ ਗਿਆਨਾਤਮਕ ਵਿਕਾਸ ਦੀ ਅਵਸਥਾ ਨੂੰ ਡੈਸ਼ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਹੈ? ਸਥੂਲ ਕਿਰਿਆਤਮਕ ਅਵਸਥਾ, ਪੂਰਵ ਤਾਰਕਿਕ ਚਿੰਤਨ ਅਵਸਥਾ, ਪੂਰਵ ਕਿਰਿਆਤਮਕ ਅਵਸਥਾ, ਰਮਸੀ ਕਿਰਿਆਤਮਕ ਅਵਸਥਾ। ਤਾਂ 9 ਨੰਬਰ ਕੁਐਸਚਨ ਦਾ ਆਨਸਰ ਕੀ ਹੋਏਗਾ? ਸਥੂਲ ਕਿਰਿਆਤਮਕ ਅਵਸਥਾ। ਆਪਸ਼ਨ ਨੰਬਰ 1 ਇਹਦਾ ਬਿਲਕੁਲ ਠੀਕ ਹੈ। ਅੱਗੇ ਪੜ੍ਹਦੇ ਹਾਂ ਆਪਾਂ ਕੁਐਸਚਨ ਨੰਬਰ 10, ਬੱਚਿਆਂ ਦੇ ਕੀਤੇ ਗਏ
ਸੰਬੰਧਿਤ ਅਧਿਐਨਾਂ ਦਾ ਪ੍ਰਯੋਗ ਹੇਠ ਲਿਖਿਆਂ ਵਿੱਚੋਂ ਕਿਸ 'ਤੇ ਵਧੇਰਾ ਨਿਰਭਰ ਕਰਦਾ ਹੈ? ਬਾਲ ਅਵਸਥਾ 'ਤੇ, ਕਿਸ਼ੋਰ ਅਵਸਥਾ 'ਤੇ, ਅਧਿਐਨ ਵਿੱਚ ਵਰਤੀਆਂ ਜਾਣ ਵਾਲੀਆਂ ਤਕਨੀਕਾਂ 'ਤੇ ਜਾਂ ਅਧਿਐਨ ਦੇ ਉਦੇਸ਼ 'ਤੇ। ਤਾਂ ਕੁਐਸਚਨ ਨੰਬਰ 10 ਦਾ ਆਨਸਰ ਕੀ ਹੋਣਾ ਚਾਹੀਦਾ ਹੈ? ਕੁਐਸਚਨ ਨੰਬਰ 10 ਦਾ ਆਨਸਰ ਹੋਣਾ ਚਾਹੀਦਾ 4th ਨੰਬਰ ਆਪਸ਼ਨ, ਅਧਿਐਨ ਦੇ ਉਦੇਸ਼ਾਂ 'ਤੇ। ਕਰਦੇ ਆਪਾਂ ਕੁਐਸਚਨ ਨੰਬਰ 11। ਉੱਤਰ ਬਾਲ ਅਵਸਥਾ ਵਿੱਚੋਂ ਅਕਸਰ ਬੱਚੇ ਕਿਸ ਨੂੰ ਸਭ ਤੋਂ ਵਧੇਰੇ ਮਹੱਤਵਪੂਰਨ ਮੰਨਦੇ ਹਨ? ਮੁਕਾਬਲਾ ਨੂੰ, ਸਾਥੀ ਸਮੂਹਾਂ ਦੀ ਮੈਂਬਰੀ ਨੂੰ, ਜਿਹੜੇ ਮਤਲਬ ਕਿ ਉਹ ਗਰੁੱਪ ਬਣਾਉਂਦੇ ਹਨ, ਪੜ੍ਹਾਈ ਲਿਖਾਈ ਨੂੰ, ਜਾਂ ਘਰ ਦੇ ਕੰਮਾਂ ਵਿੱਚ ਮਾਤਾ ਪਿਤਾ ਦੀ ਸਹਾਇਤਾ ਕਰਨਾ। ਤਾਂ ਜਿਹੜਾ ਉੱਤਰ ਬਾਲ ਅਵਸਥਾ ਉਹਦੇ ਵਿੱਚ ਕੀ ਹੁੰਦਾ ਹੈਗਾ? ਕੁਐਸਚਨ ਨੰਬਰ 11 ਦਾ ਆਨਸਰ ਕੀ ਹੋਏਗਾ? ਉਹ ਸਾਥੀ ਸਮੂਹ ਜ਼ਿਆਦਾ ਬਣਾਉਂਦੇ ਹਨ ਉੱਤਰ ਬਾਲ ਅਵਸਥਾ। ਠੀਕ ਹੈ, ਅੱਗੇ ਆ ਗਿਆ ਸਧਾਰਨ ਤੌਰ 'ਤੇ ਕਿਸ ਉਮਰ ਵਿੱਚ ਬੱਚਿਆਂ ਵਿੱਚ ਹਾਰਮੋਨ ਸੰਬੰਧੀ ਪਰਿਵਰਤਨ ਹੁੰਦੇ ਹਨ? ਤਾਂ ਜਿਹੜੇ ਆਪਣੇ ਹਾਰਮੋਨ ਹੁੰਦੇ ਆ ਬੱਚਿਆਂ ਦੇ, ਉਹ ਕਦੋਂ ਚੇਂਜ ਹੁੰਦੇ ਹਨ? 11 ਤੋਂ 12 ਸਾਲ, 7 ਤੋਂ 8 ਸਾਲ, 14 ਤੋਂ 15 ਸਾਲ, 9 ਸਾਲ ਦੀ ਉਮਰ ਤੋਂ ਪਹਿਲਾਂ। ਤਾਂ ਕੁਐਸਚਨ ਨੰਬਰ 12 ਦਾ ਆਨਸਰ ਕੀ ਹੋਣਾ ਚਾਹੀਦਾ? ਆਪਸ਼ਨ ਨੰਬਰ 1, 11 ਤੋਂ 12 ਸਾਲ। ਅੱਗੇ ਪੜ੍ਹਦੇ ਹਾਂ ਆਪਾਂ ਕੁਐਸਚਨ ਨੰਬਰ 13। ਉੱਤਰ ਬਾਲ ਅਵਸਥਾ ਵਿੱਚ ਬੱਚੇ ਡੈਸ਼ ਸੰਬੰਧੀ ਪੁਸਤਕਾਂ ਪੜ੍ਹਨੀਆਂ ਵਧੇਰੇ ਪਸੰਦ ਕਰਦੇ ਹਨ? ਪਰੀਆਂ ਦੀਆਂ ਕਹਾਣੀਆਂ ਅਤੇ ਲੋਕ ਕਥਾਵਾਂ, ਵਿਗਿਆਨ ਅਤੇ ਟੈਕਨੋਲੋਜੀ ਤੇ, ਸਾਹਸਪੂਰਨ ਕੰਮ ਅਤੇ ਹਾਸਾ ਮਜ਼ਾਕ, ਜਾਂ ਇਤਿਹਾਸਿਕ? ਤਾਂ ਕੁਐਸਚਨ ਨੰਬਰ 13 ਦਾ ਆਨਸਰ ਕੀ ਹੋਣਾ ਚਾਹੀਦਾ? ਸਾਹਸਪੂਰਨ ਕੰਮ ਅਤੇ ਹਾਸਾ ਮਜ਼ਾਕ ਦੀਆਂ ਚੀਜ਼ਾਂ ਉਹਨਾਂ ਨੂੰ ਜ਼ਿਆਦਾ ਪਸੰਦ ਆਉਂਦੀਆਂ। ਕੁਐਸਚਨ ਨੰਬਰ 13 ਦਾ ਆਨਸਰ ਹੋਊਗਾ ਆਪਸ਼ਨ ਨੰਬਰ 13 ਦਾ 3rd ਆਪਸ਼ਨ। ਠੀਕ ਹੈ, ਅੱਗੇ ਪੜ੍ਹਦੇ ਹਾਂ ਆਪਾਂ ਕੁਐਸਚਨ ਨੰਬਰ 14। ਸਭ ਤੋਂ ਸਧਾਰਨ ਵਿਧੀ ਜਿਸ ਦੀ ਸਹਾਇਤਾ ਨਾਲ ਇੱਕ ਅਧਿਆਪਕ ਬੱਚੇ ਦੇ ਵਿਵਹਾਰ ਦਾ ਅਧਿਐਨ ਕਰ ਸਕਦਾ ਡੈਸ਼ ਅਖਵਾਉਂਦੀ ਹੈ? ਕੀ ਅਖਵਾਉਂਦੀ ਹੈ? ਪ੍ਰਯੋਗਾਤਮਕ ਵਿਧੀ, ਨਿਰੀਖਣ ਵਿਧੀ, ਕੇਸ ਅਧਿਐਨ ਵਿਧੀ, ਜਾਂ ਨੈਦਾਨਿਕ? ਕਿਸ ਦੁਆਰਾ ਲਿਖੀ ਗਈ ਹੈ? ਕਿਸ ਦੁਆਰਾ? ਬਰੂਨਰ, ਪਿਆਜ਼ੇ, ਹਰਲੌਕ, ਜਾਂ ਕੋਲਬਰਗ? ਤਾਂ ਕਿਸ ਦੁਆਰਾ ਲਿਖੀ ਗਈ ਸੀ? ਕੁਐਸਚਨ ਨੰਬਰ 16 ਦਾ ਆਨਸਰ ਕੀ ਹੋਣਾ ਚਾਹੀਦਾ ਹੈ? ਕੁਐਸਚਨ ਨੰਬਰ 16 ਦਾ ਆਨਸਰ ਹੋਣਾ ਚਾਹੀਦਾ ਆਪਸ਼ਨ ਨੰਬਰ 3, ਹਰਲੌਕ। ਅੱਗੇ ਪੜ੍ਹਦੇ ਆਪਾਂ ਕੁਐਸਚਨ ਨੰਬਰ 17। ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਭ ਤੋਂ ਵੱਧ ਢੁਕਵਾਂ ਹੈ? ਪਰਿਵਾਰ ਬੱਚੇ ਦੀ ਪ੍ਰਥਮ ਮੁੱਢਲੀ ਪਾਠਸ਼ਾਲਾ ਹੈ ਅਤੇ ਮਾਤਾ ਪਿਤਾ ਉਸਦੇ ਪਹਿਲੇ ਅਧਿਆਪਕ। ਆਪਸ਼ਨ ਨੰਬਰ 2, ਪਰਿਵਾਰ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਹੈ ਅਤੇ ਉਸ ਦੀਆਂ ਲੋੜਾਂ ਦੀ ਪੂਰਤੀ ਕਰਦਾ ਹੈ। ਪਰਿਵਾਰ ਅਗਵਾਈ ਲਈ ਆਧਾਰ ਪੇਸ਼ ਕਰਦਾ ਹੈ। ਪਰਿਵਾਰ ਬੱਚੇ ਨੂੰ ਆਧਾਰ ਅਤੇ ਸੁਰੱਖਿਆ ਪ੍ਰਦਾਨ ਕਰਦੇ ਹਨ। ਤਾਂ ਕੁਐਸਚਨ ਨੰਬਰ 17 ਦਾ ਆਨਸਰ ਕੀ ਹੋਣਾ ਚਾਹੀਦਾ ਹੈ? ਇਹਦੇ ਵਿੱਚ ਸਭ ਤੋਂ ਵੱਧ ਢੁਕਵਾਂ ਕਿਹੜਾ ਹੈਗਾ? ਮਤਲਬ ਕਿ ਸਭ ਤੋਂ ਬੈਸਟ ਆਪਸ਼ਨ ਕਿਹੜਾ ਹੈਗਾ? ਪਰਿਵਾਰ ਬੱਚੇ ਦੀ ਪ੍ਰਥਮ ਮੁੱਢਲੀ ਪਾਠਸ਼ਾਲਾ ਹੈ ਅਤੇ ਮਾਤਾ ਪਿਤਾ ਉਸਦੇ ਪਹਿਲੇ ਅਧਿਆਪਕ ਹਨ। ਆਪਸ਼ਨ ਨੰਬਰ 1 ਇਹਦਾ ਬਿਲਕੁਲ ਠੀਕ ਹੈ। ਅੱਗੇ ਪੜ੍ਹਦੇ ਹਾਂ ਆਪਾਂ ਕੁਐਸਚਨ ਨੰਬਰ 18। ਹੇਠ ਲਿਖਿਆਂ ਵਿੱਚੋਂ ਕਿਸ ਅਵਸਥਾ ਵਿੱਚ ਬੱਚੇ ਦਾ ਵਿਕਾਸ ਤੇਜ਼ ਗਤੀ ਨਾਲ ਹੁੰਦਾ ਹੈ? ਤਾਂ ਕਿਸ ਵਿੱਚ ਹੁੰਦਾ? ਨਵ ਜੰਮਣ ਕਾਲ ਵਿੱਚ, ਉੱਤਰ ਬਾਲ ਅਵਸਥਾ 'ਚ, ਕਿਸ਼ੋਰ ਅਵਸਥਾ 'ਚ, ਜਾਂ ਪੂਰਵ ਬਾਲ ਅਵਸਥਾ ਵਿੱਚ? ਤਾਂ ਸਭ ਤੋਂ ਤੇਜ਼ੀ ਕਿੱਥੇ ਹੁੰਦੀ ਹੈਗੀ? ਤਾਂ ਪੂਰਵ ਬਾਲ ਅਵਸਥਾ ਵਿੱਚ ਸਭ ਤੋਂ ਤੇਜ਼ ਵਿਕਾਸ ਹੁੰਦਾ ਹੈ। ਆਪਸ਼ਨ ਨੰਬਰ 4 ਇਹਦਾ ਬਿਲਕੁਲ ਠੀਕ ਹੈ। ਅੱਗੇ ਪੜ੍ਹਦੇ ਹਾਂ ਆਪਾਂ ਕੁਐਸਚਨ ਨੰਬਰ 19। ਸਰੀਰਕ ਅਤੇ ਮਾਨਸਿਕ ਕਿਰਿਆਵਾਂ ਕਰਨ ਲਈ ਬੱਚਿਆਂ ਨੂੰ ਊਰਜਾ ਦੀ ਪ੍ਰਾਪਤੀ ਕਿਹਨਾਂ ਤੋਂ ਹੁੰਦੀ ਹੈ? ਕਾਰਬੋਹਾਈਡਰੇਟਸ, ਪ੍ਰੋਟੀਨ ਤੋਂ, ਧਾਤੂ ਅਤੇ ਵਿਟਾਮਿਨ ਤੋਂ, ਜਾਂ ਗਲੂਕੋਜ਼ ਜਿਹਨੂੰ ਆਪਾਂ ਸ਼ੱਕਰ ਵੀ ਕਹਿੰਦੇ ਹਾਂ? ਤਾਂ ਕਿਸ ਤੋਂ ਹੁੰਦੀ ਆ? ਕੁਐਸਚਨ ਨੰਬਰ 19 ਦਾ ਆਨਸਰ ਕੀ ਹੋਣਾ ਚਾਹੀਦਾ? ਗਲੂਕੋਜ਼ ਤੋਂ। ਆਪਸ਼ਨ ਨੰਬਰ 4 ਇਹਦਾ ਬਿਲਕੁਲ ਠੀਕ ਹੈ। ਅੱਗੇ ਪੜ੍ਹਦੇ ਹਾਂ ਆਪਾਂ। ਇੱਕ ਅਧਿਆਪਕ ਬੱਚੇ ਦੀਆਂ ਡੈਸ਼ ਲੋੜਾਂ ਦੀ ਪੂਰਤੀ ਕਰਦਾ ਹੈ? ਸਰੀਰਕ ਤੌਰ 'ਤੇ, ਮਨੋਵਿਗਿਆਨਿਕ 'ਤੇ, ਸਮਾਜਿਕ 'ਤੇ, ਜਾਂ ਨੈਤਿਕ ਜਾਂ ਆਧਾਰਿਕ 'ਤੇ? ਤਾਂ ਇਹਦਾ ਆਨਸਰ ਕੀ ਹੋਣਾ ਚਾਹੀਦਾ ਹੈ? ਆਪਸ਼ਨ ਨੰਬਰ 2, ਮਨੋਵਿਗਿਆਨਿਕ 'ਤੇ। ਚਲੋ ਅੱਗੇ ਤੇ ਆਪਾਂ ਲੇਟਰ ਚਾਈਲਡਹੁੱਡ ਦੇ ਕੁਐਸਚਨ ਕਰੇ ਸੀ, ਹੁਣ ਆਪਾਂ ਕਿਸ਼ੋਰ ਅਵਸਥਾ ਦੇ ਕੁਝ ਕੁਐਸਚਨ ਕਰਦੇ ਹਾਂ। ਚਲੋ ਅੱਗੇ ਪੜ੍ਹਦੇ ਹਾਂ। ਅਡੋਲਸੈਂਸ ਜੇ ਸ਼ਬਦ ਹੇਠ ਲਿਖਿਆਂ ਵਿੱਚੋਂ ਕਿਸ ਤੋਂ ਲਿਆ ਗਿਆ ਸੀ? ਯੂਨਾਨੀ ਤੋਂ, ਅੰਗਰੇਜ਼ੀ ਤੋਂ, ਫਾਰਸੀ ਤੋਂ, ਜਾਂ ਲਾਤੀਨੀ ਤੋਂ? ਤਾਂ ਇਹਦਾ ਕੀ ਆਨਸਰ ਹੋਣਾ ਚਾਹੀਦਾ? ਕੁਐਸਚਨ ਨੰਬਰ 1 ਦਾ ਆਨਸਰ ਕੀ ਹੋਣਾ ਚਾਹੀਦਾ ਹੈ? ਕਿਹੜੀ ਭਾਸ਼ਾ ਤੋਂ ਲਿਆ ਗਿਆ ਸੀ? ਤਾਂ ਕਿਸ ਤੋਂ ਲਿਆ ਗਿਆ ਸੀ? ਲਾਤੀਨੀ ਭਾਸ਼ਾ ਤੋਂ। ਤਾਂ ਇਹਦਾ ਕੀ ਆਨਸਰ ਹੋਏਗਾ? ਆਪਸ਼ਨ ਨੰਬਰ 4, ਲਾਤੀਨੀ। ਅੱਗੇ ਪੜ੍ਹਦੇ ਹਾਂ ਆਪਾਂ ਕੁਐਸਚਨ ਨੰਬਰ 2।
ਐਡੋਲਸੀਅਰ ਸ਼ਬਦ ਦਾ ਅਰਥ ਕੀ ਹੈ? ਵਧਣਾ, ਜਿਹਨੂੰ ਆਪਾਂ ਟੂ ਗਰੋ ਕਹਿੰਦੇ ਹਾਂ, ਵਿਕਾਸ ਕਰਨਾ, ਪਾਲਣ ਕਰਨਾ ਜਾਂ ਉੱਪਰ ਚੁੱਕਣਾ। ਤਾਂ ਇਹਦਾ ਆਨਸਰ ਕੀ ਹੋਣਾ ਚਾਹੀਦਾ ਹੈ? ਗਰੋ ਕਰਨਾ ਹੁੰਦਾ ਐਡੋਲਸੀਅਰ ਦਾ। ਆਪਸ਼ਨ ਨੰਬਰ 1 ਇਹਦਾ ਬਿਲਕੁਲ ਠੀਕ ਹੈ। ਅੱਗੇ ਪੜ੍ਹਦੇ ਹਾਂ ਆਪਾਂ ਕੁਐਸਚਨ ਨੰਬਰ 3। ਬੱਚਿਆਂ ਦੇ ਵਿਕਾਸ ਨੂੰ ਦ੍ਰਿਸ਼ਟੀ ਵਿੱਚ ਰੱਖਦੇ ਹੋਏ ਇੱਕ ਅਧਿਆਪਕ ਲਈ ਵਿਅਕਤਿਕਤਾ ਸ਼ਬਦ ਦਾ ਭਾਵ ਹੈ ਵੱਖ ਵੱਖ ਬੱਚਿਆਂ ਵਿੱਚ ਭਿੰਨਤਾਵਾਂ ਨੂੰ ਜਾਣਨਾ ਜਾਂ ਸਮਝਣਾ, ਹਰੇਕ ਬੱਚੇ ਦੇ ਗੁਣਾਂ ਅਤੇ ਕਮੀਆਂ ਦਾ ਗਿਆਨ ਪ੍ਰਾਪਤ ਕਰਨਾ, ਬੱਚੇ ਦੀ ਵਰਤਮਾਨ ਉਪਲਬਧੀ ਦੀ ਉਸ ਦੀ ਪਿਛਲੀ ਉਪਲਬਧੀ ਨਾਲ ਤੁਲਨਾ ਕਰਨਾ। ਜਾਂ ਆਪਸ਼ਨ ਨੰਬਰ 4 ਉਹਨਾਂ ਸਾਰੀਆਂ ਚੀਜ਼ਾਂ ਸੰਬੰਧੀ ਜਾਣਨਾ ਜਿਸ ਨੂੰ ਕੋਈ ਬੱਚਾ ਪਸੰਦ ਨਹੀਂ ਕਰਦਾ। ਤਾਂ ਕੁਐਸਚਨ ਨੰਬਰ 3 ਦਾ ਆਨਸਰ ਕੀ ਹੋਣਾ ਚਾਹੀਦਾ ਹੈ? ਹਰੇਕ ਬੱਚੇ ਦੇ ਗੁਣਾਂ ਅਤੇ ਕਮੀਆਂ ਦਾ ਗਿਆਨ ਪ੍ਰਾਪਤ ਕਰਨਾ। ਠੀਕ ਹੈ, ਇਹ ਇੱਕ ਅਧਿਆਪਕ ਦਾ ਵਿਅਕਤੀਗਤ ਹੁੰਦਾ ਹੈਗਾ। ਠੀਕ ਹੈ, ਅੱਗੇ ਪੜ੍ਹਦੇ ਹਾਂ ਆਪਾਂ ਕੁਐਸਚਨ ਨੰਬਰ 4। ਇੱਕ ਸ਼ਬਦ ਜੋ ਉੱਤਮ ਢੰਗ ਨਾਲ ਕਿਸ਼ੋਰ ਅਵਸਥਾ ਨੂੰ ਪ੍ਰਭਾਸ਼ਿਤ ਕਰਦਾ ਹੈ ਉਹ ਸ਼ਬਦ ਹੈ ਪਰਿਵਰਤਨ। ਇਹ ਕਿਸ ਨੇ ਕਿਹਾ ਸੀ? ਰੋਜਰਸ ਨੇ, ਬੀਗੇ ਨੇ ਜਾਂ ਅਤੇ ਹੰਟ ਨੇ, ਜਾਂ ਐਰਿਕਸਨ ਨੇ, ਜਾਂ ਜਰਸੀਲਡ ਨੇ। ਤਾਂ ਕਿਹਨੇ ਕਿਹਾ ਸੀ ਇਹ ਸ਼ਬਦ? ਇਹ ਕਿਹਾ ਸੀ ਬੀਗੇ ਅਤੇ ਹੰਟ ਨੇ ਕਿਹਾ ਸੀ ਕਿ ਪਰਿਵਰਤਨ ਕਿਸ਼ੋਰ ਅਵਸਥਾ ਦਾ ਵਿੱਚ ਇੱਕ ਪ੍ਰਭਾਸ਼ਿਤ ਹੈ, ਇੱਕ ਉੱਤਮ ਸ਼ਬਦ ਹੈ। ਮਤਲਬ ਕਿਸ਼ੋਰ ਅਵਸਥਾ ਵਿੱਚ ਪਰਿਵਰਤਨ ਆਉਣਾ ਹੀ ਆਉਣਾ ਹੈ। ਆਪਸ਼ਨ ਨੰਬਰ 2 ਇਹਦਾ ਬਿਲਕੁਲ ਠੀਕ ਹੈ। ਅੱਗੇ ਪੜ੍ਹਦੇ ਹਾਂ ਕਿਸ਼ੋਰ ਅਵਸਥਾ ਡੈਸ਼ ਅਤੇ ਡੈਸ਼ ਦੇ ਵਿਚਲੇ ਕ੍ਰਾਂਤੀ ਕਾਲ ਹੈ। ਤਾਂ ਮਤਲਬ ਕਿ ਦੱਸਣਾ ਹੈ ਕਿ ਜਿਹੜੀ ਕਿਸ਼ੋਰ ਅਵਸਥਾ ਹੈ ਨਾ ਉਹ ਦੋ ਅਵਸਥਾ ਵਿੱਚ ਜਿਹੜੀ ਕੀ ਹੁੰਦੀ ਹੈ ਕ੍ਰਾਂਤੀ ਹੁੰਦੀ ਹੈ ਉਹਨਾਂ ਦੋ ਅਵਸਥਾਵਾਂ ਦੇ ਵਿੱਚ, ਜਿਹਦੇ ਵਿੱਚ ਬੱਚੇ ਕੀ ਹੈ ਆਪਣੀ ਮਨਮਰਜ਼ੀ ਬਹੁਤ ਜ਼ਿਆਦਾ ਕਰਦੇ ਆ। ਤਾਂ ਉਹ ਅਵਸਥਾ ਦੱਸਣੀ ਹੈ। ਸ਼ਿਸ਼ੂ ਕਾਲ ਅਤੇ ਬਾਲ ਅਵਸਥਾ, ਕਿਸ਼ੋਰ ਅਵਸਥਾ ਅਤੇ ਪ੍ਰੌੜ ਅਵਸਥਾ, ਨਵਜਮਨ ਕਾਲ ਅਤੇ ਬਾਲ ਅਵਸਥਾ, ਜਾਂ ਬਾਲ ਅਵਸਥਾ ਜਾਂ ਪ੍ਰੌੜ ਅਵਸਥਾ। ਤਾਂ ਆਪਸ਼ਨ ਨੰਬਰ 4 ਇਹਦਾ ਬਿਲਕੁਲ ਠੀਕ ਹੈ। ਬਾਲ ਅਵਸਥਾ ਔਰ ਪ੍ਰੌੜ ਅਵਸਥਾ ਹੁੰਦੀ ਹੈ ਇਹ ਕ੍ਰਾਂਤੀ ਕਾਲ ਕਿਹਾ ਜਾਂਦਾ ਹੈ। ਅੱਗੇ ਪੜ੍ਹਦੇ ਆਪਾਂ ਕੁਐਸਚਨ ਨੰਬਰ 6 ਤੋਂ 12 ਸਾਲ ਦੀ ਉਮਰ ਵਿੱਚ ਬੱਚਿਆਂ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਮੁੱਖ ਰੂਪ ਨਾਲ ਦ੍ਰਿਸ਼ਟੀਗੋਚਰ ਹੁੰਦੇ ਹਨ? ਤਾਂ ਕਿਹੜੇ ਹੁੰਦੇ? ਸਰੀਰਕ ਸ਼ਕਤੀ ਅਤੇ ਊਰਜਾ, ਮਾਸਪੇਸ਼ੀਆਂ ਸੰਬੰਧੀ ਬਿਹਤਰ ਤਾਲਮੇਲ, ਬੌਧਿਕ ਵਿਕਾਸ ਜਾਂ ਗ੍ਰੰਥੀਆਂ ਦੇ ਪ੍ਰਭਾਵ ਦੇ ਕਾਰਨ ਸਰੀਰਕ ਪਰਿਵਰਤਨ। ਤਾਂ ਕੁਐਸਚਨ ਨੰਬਰ 6 ਦਾ ਆਨਸਰ ਕੀ ਹੋਣਾ ਚਾਹੀਦਾ? ਗ੍ਰੰਥੀਆਂ ਦੇ ਪ੍ਰਭਾਵ ਦੇ ਕਾਰਨ ਸਰੀਰਕ ਪਰਿਵਰਤਨ ਹੁੰਦੇ ਹਨ 11 ਤੋਂ 12 ਸਾਲ ਵਿੱਚ। ਅੱਗੇ ਪੜ੍ਹਦੇ ਹਾਂ ਆਪਾਂ ਕੁਐਸਚਨ ਨੰਬਰ 7। ਲੜਕਿਆਂ ਅਤੇ ਲੜਕੀਆਂ ਦੇ ਰੁਚੀਆਂ ਵਿੱਚ ਅੰਤਰ ਮੁੱਖ ਰੂਪ ਨਾਲ ਡੈਸ਼ ਦੇ ਕਾਰਨ ਹੁੰਦਾ ਹੈ। ਸਮਾਜਿਕ ਸੱਭਿਆਚਾਰਾਂ ਕਾਰਨ, ਮੂਲ ਪ੍ਰਵਿਰਤੀਆਂ ਸੰਬੰਧੀ ਵਿਸ਼ੇਸ਼ਤਾਵਾਂ, ਜਾਂ ਪ੍ਰਣਾਲੀਹੀਨ ਗ੍ਰੰਥੀਆਂ ਦੇ ਰਿਸਾਵ, ਜਾਂ ਸਰੀਰਕ ਕਾਰਕਾਂ। ਤਾਂ ਕਿਹਦੇ ਕਰਕੇ ਹੁੰਦਾ ਹੈ? ਕੁਐਸਚਨ ਨੰਬਰ 7 ਦਾ ਆਨਸਰ ਹੋਣਾ ਹੈ ਆਪਸ਼ਨ ਨੰਬਰ 1 ਸਮਾਜਿਕ ਸੱਭਿਆਚਾਰਕਾਂ ਕਰਕੇ ਹੁੰਦਾ ਹੈ ਇੱਕ ਲੜਕੇ ਅਤੇ ਲੜਕੀਆਂ ਦੀ ਰੁਚੀਆਂ ਦੇ ਵਿੱਚ ਅੰਤਰ। ਠੀਕ ਹੈ, ਅੱਗੇ ਪੜ੍ਹਦੇ ਹਾਂ ਆਪਾਂ ਨੈਤਿਕਤਾ ਦਾ ਪਹਿਲਾ ਪਾਠ ਬੱਚੇ ਕਿੱਥੋਂ ਸਿੱਖਦੇ ਹਨ? ਕਿੱਥੋਂ? ਪਰਿਵਾਰ ਤੋਂ, ਸਾਥੀ ਸਮੂਹ ਤੋਂ, ਸਕੂਲ ਜਾਂ ਖੇਡ ਦੇ ਮੈਦਾਨ ਤੋਂ। ਤਾਂ ਇਸ ਕੁਐਸਚਨ ਦਾ ਆਨਸਰ ਕੀ ਹੋਣਾ ਚਾਹੀਦਾ ਹੈ? ਆਪਸ਼ਨ ਨੰਬਰ 1 ਸਭ ਤੋਂ ਪਹਿਲਾਂ ਪਾਠ ਹੀ ਉਹਨੂੰ ਪਰਿਵਾਰ ਦੇ ਵਿੱਚੋਂ ਮਿਲਦਾ ਹੈ। ਅੱਗੇ ਪੜ੍ਹਦੇ ਹਾਂ ਆਪਾਂ ਕੁਐਸਚਨ ਨੰਬਰ 9। ਐਰਿਕਸਨ ਦੇ ਅਨੁਸਾਰ ਕਿਸ਼ੋਰਾਂ ਵਿੱਚ ਪਹਿਚਾਣ ਸੰਕਟ ਤਦ ਪੈਦਾ ਹੁੰਦਾ ਹੈ ਜਦੋਂ ਉਹਨਾਂ ਨੂੰ ਸਵੈ ਪ੍ਰਕਾਸ਼ਨ ਦੀ ਸੁਤੰਤਰਤਾ ਨਹੀਂ ਦਿੱਤੀ। ਉਹ ਸੋਚਦੇ ਹਨ ਕਿ ਉਹਨਾਂ ਨੂੰ ਉਹ ਸਭ ਕੁਝ ਕਰਨ ਦੀ ਸੁਤੰਤਰ ਨੇ ਦਿੱਤੀ ਜਾਂਦੀ ਹੈ ਜੋ ਉਹ ਕਰਨਾ ਚਾਹੁੰਦੇ ਹਨ। ਜਾਂ ਆਪਸ਼ਨ ਨੰਬਰ 3 ਉਹ ਹਮ ਉਮਰ ਦੇ ਵਿਪਰੀਤ ਲਿੰਗ ਦੇ ਮਿੱਤਰ ਨਾਲ ਚੰਗੇ ਸੰਬੰਧ ਬਣਾਉਣ ਵਿੱਚ ਅਸਫਲ ਰਹਿੰਦੇ ਹਨ। ਜਾਂ ਆਪਸ਼ਨ ਨੰਬਰ 4 ਉਹ ਖੁਦ ਦੇ ਟੀਚਾ, ਪਰਿਵਾਰ ਅਤੇ ਸਮਾਜ ਵਿੱਚ ਆਪਣੀ ਭੂਮਿਕਾ ਆਪਣੇ ਅਤੇ ਜੀਵਨ ਦਰਸ਼ਨ ਸੰਬੰਧੀ ਨਿਸ਼ਚਿਤ ਰੂਪ ਨਾਲ ਸਪਸ਼ਟ ਨਹੀਂ ਹੁੰਦੇ। ਤਾਂ ਕੁਐਸਚਨ ਨੰਬਰ 9 ਦਾ ਆਨਸਰ ਕੀ ਹੋਣਾ ਚਾਹੀਦਾ? ਆਪਸ਼ਨ ਨੰਬਰ 4 ਉਹ ਖੁਦ ਦੇ ਟੀਚਿਆਂ, ਪਰਿਵਾਰ ਅਤੇ ਸਮਾਜ ਵਿੱਚ ਆਪਣੀ ਭੂਮਿਕਾ ਅਤੇ ਜੀਵਨ ਦਰਸ਼ਨ ਸੰਬੰਧੀ ਨਿਸ਼ਚਿਤ ਰੂਪ ਨਾਲ ਸਪਸ਼ਟ ਨਹੀਂ ਹੁੰਦੇ ਹਨ। ਤਾਂ ਇਹ ਉਹਨਾਂ ਨੇ ਆਇਡੈਂਟੀਫਾਈ ਕਰਿਆ ਸੀ। ਤਾਂ ਅੱਗੇ ਕੀ ਹੈ? ਕੁਐਸਚਨ ਨੰਬਰ 10 ਇਹ ਕਿਸ ਦਾ ਵਿਚਾਰ ਹੈ ਕਿ ਜਨਮ ਦੇ ਸਮੇਂ ਸ਼ਿਸ਼ੂ ਨਾ ਤਾਂ ਸਮਾਜਿਕ ਅਤੇ ਨਾ ਹੀ ਅਸਮਾਜਿਕ ਹੁੰਦਾ ਹੈ? ਮਾਇਰਸ, ਥਾਪਸਨ, ਹਾਰਲੌਕ ਜਾਂ ਮੈਕਡੂਗਲ। ਤਾਂ ਕਿਹਨੇ ਕਰਿਆ ਸੀ? ਕੁਐਸਚਨ ਨੰਬਰ 10 ਦਾ ਆਨਸਰ ਕੀ ਹੋਣਾ ਚਾਹੀਦਾ ਹੈ? ਤਾਂ ਹਾਰਲੌਕ ਨੇ ਕਿਹਾ ਸੀ। ਅੱਗੇ ਪੜ੍ਹਦੇ ਹਾਂ ਆਪਾਂ ਕੁਐਸਚਨ ਨੰਬਰ 1। ਹੇਠ ਲਿਖਿਆਂ ਵਿੱਚੋਂ ਕਿਸ ਦਾ ਸੰਬੰਧ ਬੱਚਿਆਂ ਦੀਆਂ ਸਰੀਰਕ ਕਿਰਿਆਵਾਂ ਨਾਲ ਨਹੀਂ ਹੈ? ਤੇ ਕਿਸ ਨਾਲ ਨਹੀਂ ਹੈ? ਅੱਗੇ ਪੜ੍ਹਦੇ ਹਾਂ ਆਪਾਂ ਕੁਐਸਚਨ ਨੰਬਰ 11। ਇਹ ਪੜ੍ਹਿਆ ਨਾ ਆਪਾਂ ਨੇ ਕੁਐਸਚਨ। ਤਾਂ ਇਹਦੇ ਵਿੱਚ ਕੀ ਲਿਖਿਆ? ਨਹੀਂ ਸ਼ਬਦ ਹੈ। ਤਾਂ ਸਮਝ ਲਓ ਤੁਹਾਡੇ ਕੰਨ ਖੜੇ ਹੋਣੇ ਚਾਹੀਦੇ ਹਨ ਜਦੋਂ ਨਹੀਂ ਸ਼ਬਦ ਆ ਜਾਣ। ਤਾਂ ਫਿਰ ਆਨਸਰ ਨਾ ਬਹੁਤ ਹੀ ਧਿਆਨ ਨਾਲ ਚੈੱਕ ਕਰਨਾ ਹੈ। ਪਹਿਲਾ ਆਪਸ਼ਨ ਸਰੀਰਕ ਅਤੇ ਮਾਨਸਿਕ ਵਿਕਾਸ, ਸਮਾਜਿਕ ਅਤੇ ਨੈਤਿਕ ਵਿਕਾਸ, ਮੁੱਢਲੀਆਂ ਲੋੜਾਂ ਦੀ ਪੂਰਤੀ, ਜਾਂ ਦੰਤ
ਦਵੰਦਾਤਮਕ ਇੱਛਾਵਾਂ ਅਤੇ ਮੁਕਾਬਲਾ। ਤਾਂ ਕੁਐਸਚਨ ਨੰਬਰ 11 ਦਾ ਆਨਸਰ ਕੀ ਹੋਣਾ ਚਾਹੀਦਾ ਹੈ? ਆਪਸ਼ਨ ਨੰਬਰ 4 ਦਵੰਦਾਤਮਕ ਇੱਛਾਵਾਂ ਅਤੇ ਮੁਕਾਬਲਾ। ਠੀਕ ਹੈ, ਉਹ ਕਿਹੜੀ ਅਵਸਥਾ ਹੈ ਜਦੋਂ ਬੱਚੇ ਵਿੱਚ ਆਪਣੇ ਸਰੀਰਕ ਪ੍ਰਦਰਸ਼ਨ ਦੀ ਲੋੜ ਸਭ ਤੋਂ ਵੱਧ ਬਲਸ਼ਾਲੀ ਹੁੰਦੀ ਹੈ? ਕਿਸ਼ੋਰ ਅਵਸਥਾ ਵਿੱਚ, ਬਾਲ ਅਵਸਥਾ ਵਿੱਚ, ਜਵਾਨੀ ਅਵਸਥਾ ਵਿੱਚ ਜਾਂ ਪੂਰਨ ਪ੍ਰੌੜ ਅਵਸਥਾ ਦੇ ਵਿੱਚ? ਕੁਐਸਚਨ ਨੰਬਰ 12 ਦਾ ਆਨਸਰ ਕੀ ਹੋਣਾ ਚਾਹੀਦਾ? ਕਿਸ਼ੋਰ ਅਵਸਥਾ ਦੇ। ਆਪਸ਼ਨ ਨੰਬਰ 1 ਇਹਦਾ ਬਿਲਕੁਲ ਠੀਕ ਹੈ। ਅੱਗੇ ਪੜ੍ਹਦੇ ਆਪਾਂ ਕੁਐਸਚਨ ਨੰਬਰ 13। ਕਿਸ਼ੋਰਾਂ ਵੱਲੋਂ ਹਮ ਉਮਰ ਦੇ ਵਿਪਰੀਤ ਲਿੰਗੀ ਵਿਅਕਤੀ ਨਾਲ ਪਰਸਪਰ ਸੰਬੰਧ ਬਣਾਉਣ ਉਹਨਾਂ ਦੀ ਲੋੜਾਂ ਨੂੰ ਦਰਸਾਉਂਦਾ ਹੈ। ਸੁਤੰਤਰਤਾ, ਉਪਲਬਧੀ ਜਾਂ ਪ੍ਰਾਪਤੀ, ਪ੍ਰਭੁਤਵ, ਜਮਾਨਾ ਜਾਂ ਸੰਬੰਧਨ। ਤਾਂ ਕੀ ਹੋਏਗਾ ਕੁਐਸਚਨ ਨੰਬਰ 13 ਦਾ ਆਨਸਰ ਹੋਏਗਾ ਆਪਸ਼ਨ ਨੰਬਰ 4 ਸੰਬੰਧਨ। ਠੀਕ ਹੈ, ਅੱਗੇ ਪੜ੍ਹਦੇ ਆਪਾਂ ਕੁਐਸਚਨ ਨੰਬਰ 15। ਆਮ ਤੌਰ 'ਤੇ ਕਿਸ਼ੋਰ ਬਹੁਤ ਸੁਚੇਤ ਅਤੇ ਸੰਵੇਦਨਸ਼ੀਲ ਹੁੰਦੇ ਹਨ। ਆਪਣੇ ਮਾਤਾ ਪਿਤਾ ਦੀ ਚਿੰਤਾਵਾਂ ਸੰਬੰਧੀ, ਭੈਣ ਭਰਾਵਾਂ ਦੇ ਸਾਥ ਸੰਬੰਧੀ ਲਈ, ਅੰਤਰਮੁਖੀ ਹੋਣ ਸੰਬੰਧੀ ਲਈ ਜਾਂ ਆਪਣੇ ਸਰੀਰਕ ਦੋਸ਼ਾਂ ਅਤੇ ਕਮੀਆਂ ਸੰਬੰਧੀ। ਤਾਂ ਕੁਐਸਚਨ ਨੰਬਰ 15 ਦਾ ਆਨਸਰ ਕੀ ਹੋਣਾ ਚਾਹੀਦਾ? ਆਪਣੇ ਸਰੀਰਕ ਅਤੇ ਦੋਸ਼ਾਂ ਅਤੇ ਕਮੀਆਂ ਸੰਬੰਧੀ ਬਹੁਤ ਹੀ ਜ਼ਿਆਦਾ ਸੁਚੇਤ ਸੰਵੇਦਨਸ਼ੀਲ ਹੁੰਦੇ ਹਨ ਕਿਸ਼ੋਰ ਅਵਸਥਾ ਵਿੱਚ। ਅੱਗੇ ਆ ਗਿਆ ਕੁਐਸਚਨ ਨੰਬਰ 16। ਕਿਸ਼ੋਰ ਅਵਸਥਾ ਵਿੱਚ ਮੌਤ ਦਾ ਇੱਕ ਪ੍ਰਮੁੱਖ ਕਾਰਨ ਹੈ ਡੈਸ਼ ਹੁੰਦੇ ਹਨ ਜਾਂ ਹੁੰਦੀਆਂ ਹਨ? ਸਾਥੀ ਸਮੂਹਾਂ ਦੁਆਰਾ ਤਿਰਸਕਾਰ ਕਰਨਾ ਜਾਂ ਮਾਤਾ ਪਿਤਾ ਨਾਲ ਝਗੜੇ ਜਾਂ ਭੈਣ ਭਰਾਵਾਂ ਨਾਲ ਲੜਾਈ ਝਗੜੇ ਜਾਂ ਦੁਰਘਟਨਾਵਾਂ। ਤਾਂ ਇਹ ਕੁਐਸਚਨ ਨੰਬਰ 16 ਦਾ ਆਨਸਰ ਕੀ ਹੋਣਾ ਚਾਹੀਦਾ ਹੈ? ਆਪਸ਼ਨ ਨੰਬਰ 4 ਇਹਦਾ ਬਿਲਕੁਲ ਠੀਕ ਹੈ। ਅੱਗੇ ਪੜ੍ਹਦੇ ਹਾਂ ਆਪਾਂ ਕੁਐਸਚਨ ਨੰਬਰ 18। ਅਕਸਰ ਕਿਸ਼ੋਰਾਂ ਦੀ ਮਨੋਸਥਿਤੀ ਵਿੱਚ ਵਿਚਲਣ ਦਾ ਮੁੱਖ ਕਾਰਨ ਹੁੰਦਾ ਹੈ ਟੀਚਿਆਂ ਅਤੇ ਉਪਲਬਧੀਆਂ ਵਿੱਚ ਦਵੰਦ, ਬਹੁਤ ਉੱਚੇ ਟੀਚਿਆਂ ਦਾ ਨਿਰਧਾਰਨ ਜਾਂ ਮਾਤਾ ਪਿਤਾ ਵੱਲੋਂ ਉਲੰਘਣਾ ਜਾਂ ਉਹਨਾਂ ਦੀਆਂ ਵਿਕਾਸ ਸੰਬੰਧੀ ਕਿਰਿਆਵਾਂ। ਤਾਂ ਕੁਐਸਚਨ ਨੰਬਰ 18 ਦਾ ਆਨਸਰ ਕੀ ਹੋਣਾ ਚਾਹੀਦਾ? ਉਹਨਾਂ ਦੀਆਂ ਵਿਕਾਸ ਸੰਬੰਧੀ ਪ੍ਰਕਿਰਿਆਵਾਂ। ਆਪਸ਼ਨ ਨੰਬਰ 4 ਇਹਦਾ ਬਿਲਕੁਲ ਠੀਕ ਹੈ। ਅੱਗੇ ਪੜ੍ਹਦੇ ਆਪਾਂ ਕੁਐਸਚਨ ਨੰਬਰ 19। ਕਿਸ ਉਮਰ ਵਿੱਚ ਕਿਸ਼ੋਰ ਲੜਕੇ ਲੜਕੀਆਂ ਕੱਦ ਕੱਢਣ ਵਿੱਚ ਪਰਿਪੱਕ ਗ੍ਰਹਿਣ ਕਰ ਲੈਂਦੇ ਹਨ? ਲੜਕੇ 16 ਸਾਲ ਦੀ ਉਮਰ ਵਿੱਚ ਅਤੇ ਲੜਕੀਆਂ 14 ਸਾਲ ਦੀ ਉਮਰ ਵਿੱਚ? ਜਾਂ ਫਿਰ ਆਪਸ਼ਨ ਨੰਬਰ 2 ਲੜਕੇ 14 ਸਾਲ ਜਾਂ ਲੜਕੀਆਂ 16 ਸਾਲ ਦੀ ਉਮਰ? ਜਾਂ ਆਪਸ਼ਨ ਨੰਬਰ 3 ਲੜਕੀਆਂ 18 ਸਾਲ ਔਰ ਲੜਕੇ 16 ਸਾਲ ਦੀ ਉਮਰ ਵਿੱਚ? ਜਾਂ ਆਪਸ਼ਨ ਨੰਬਰ 4 ਲੜਕੀਆਂ 16 ਸਾਲ ਅਤੇ ਲੜਕੇ 18 ਸਾਲ ਦੀ ਉਮਰ ਵਿੱਚ? ਤਾਂ ਕੁਐਸਚਨ ਨੰਬਰ 19 ਦਾ ਆਨਸਰ ਕੀ ਹੋਣਾ ਚਾਹੀਦਾ? ਕਦੋਂ ਕੱਦ ਕੱਢਦੇ ਹਨ? ਲੜਕੀਆਂ 16 ਸਾਲ ਤੇ ਔਰ ਲੜਕੇ 18 ਸਾਲ ਦੀ ਉਮਰ 'ਚ ਕੱਢਦੇ ਹਨ। ਆਪਸ਼ਨ ਨੰਬਰ 4 ਇਹਦਾ ਬਿਲਕੁਲ ਠੀਕ ਹੈ। ਅੱਗੇ ਪੜ੍ਹਦੇ ਆਪਾਂ ਕੁਐਸਚਨ ਨੰਬਰ 20। ਹੇਠ ਲਿਖਿਆਂ ਵਿੱਚੋਂ ਕਿਸ ਕਾਰਕ ਦਾ ਬੱਚਿਆਂ ਦੇ ਵਿਕਾਸ ਅਤੇ ਘੱਟ ਤੋਂ ਘੱਟ ਪ੍ਰਭਾਵ ਪੈਂਦਾ ਹੈ? ਕਿਹਦਾ ਘੱਟ ਪ੍ਰਭਾਵ ਪੈਂਦਾ ਹੈ? ਵਾਤਾਵਰਨ ਸੰਬੰਧੀ ਕਾਰਕ, ਸਥਿਤੀਆਂ ਦਾ, ਬੱਚਿਆਂ ਦਾ ਜਾਗਰੂਕਤਾ ਦੀ ਪੂਰਤੀ ਤੋਂ ਵੰਚਿਤ ਹੋਣਾ, ਮੂਲ ਪ੍ਰਵਿਰਤੀਆਂ ਦਾ, ਜਾਂ ਪ੍ਰਣਾਲੀਹੀਨ ਗ੍ਰੰਥੀਆਂ ਦੀ ਕਾਰਜਕਾਤਮਕ ਵਿੱਚ ਅਸੰਤੁਲਨ ਦਾ। ਤਾਂ ਕੁਐਸਚਨ ਨੰਬਰ 20 ਦਾ ਆਨਸਰ ਕੀ ਹੋਣਾ ਚਾਹੀਦਾ ਹੈ? ਮੂਲ ਪ੍ਰਵਿਰਤੀਆਂ ਦਾ। ਆਪਸ਼ਨ ਨੰਬਰ 3 ਇਹਦਾ ਬਿਲਕੁਲ ਠੀਕ ਹੈ। ਸੰਵੇਗਾਂ ਦੇ ਉਭਾਰ ਸੰਬੰਧੀ ਹੇਠ ਲਿਖਿਆਂ ਵਿੱਚੋਂ ਕਿਸ ਦਾ ਅਹਿਸਾਸ ਸ਼ਿਸ਼ੂ ਨੂੰ ਸਭ ਤੋਂ ਪਹਿਲਾਂ ਹੁੰਦੀ ਹੈ? ਡਰ ਦਾ, ਕਸ਼ਟ ਦਾ, ਖੁਸ਼ੀ ਦਾ ਜਾਂ ਉਤੇਜਨਾ ਦਾ? ਤਾਂ ਕੁਐਸਚਨ ਨੰਬਰ 21 ਦਾ ਕੀ ਆਨਸਰ ਹੋਣਾ ਚਾਹੀਦਾ? ਆਪਸ਼ਨ ਨੰਬਰ 4 ਉਤੇਜਨਾ ਹੁੰਦੀ ਹੈ ਸਭ ਤੋਂ ਪਹਿਲਾ ਅਹਿਸਾਸ ਸ਼ਿਸ਼ੂ ਬੱਚੇ ਦੇ ਵਿੱਚ। ਉਹ ਸਭ ਤੋਂ ਪਹਿਲਾ ਸੰਵੇਗ ਹੁੰਦਾ ਉਹਦੇ ਵਿੱਚ। ਚਲੋ ਇਸ ਤਰ੍ਹਾਂ ਹੀ ਆਪਣੇ 2 ਅਵਸਥਾ ਮਤਲਬ ਕਿ 2 ਪਹਿਲੇ ਸਟੇਜ ਕਰ ਲਿਆ ਸੀ, 2 ਇਸ ਵੀਡੀਓ ਦੇ ਵਿੱਚ ਕਰ ਲਿਆ। ਤਾਂ ਆਪਣੀਆਂ ਟੋਟਲ 4 ਕੀ ਹੈ ਸਟੇਜ ਪੂਰੀਆਂ ਹੋ ਗਈਆਂ। ਤਾਂ ਇਹ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਤੁਸੀਂ ਕਮੈਂਟ ਬਾਕਸ 'ਚ ਜ਼ਰੂਰ ਦੱਸਣਾ। ਔਰ ਕੱਲ੍ਹ ਨੂੰ 24 ਦਸੰਬਰ ਨੂੰ ਸਾਰੇ ਬੱਚਿਆਂ ਨੂੰ ਬੈਸਟ ਆਫ ਲੱਕ। ਉਹ ਤੁਸੀਂ ਪੇਪਰ ਨੂੰ ਬਹੁਤ ਹੀ ਧਿਆਨ ਨਾਲ ਅਟੈਂਪਟ ਕਰਨਾ ਔਰ ਕੁਐਸਚਨ ਨੂੰ ਬਹੁਤ ਹੀ ਧਿਆਨ ਨਾਲ ਪੜ੍ਹਨਾ। ਔਰ ਜਦੋਂ ਨਹੀਂ ਸ਼ਬਦ ਆ ਜਾਏ ਕੁਐਸਚਨ 'ਚ ਤਾਂ ਉਹਨੂੰ ਬਹੁਤ ਹੀ ਧਿਆਨ ਨਾਲ ਪੜ੍ਹ ਕੇ ਹੀ ਆਨਸਰ ਦੇਣਾ। ਤਾਂ ਸਭ ਬੱਚਿਆਂ ਨੂੰ ਬੈਸਟ ਆਫ ਲੱਕ ਕੱਲ੍ਹ ਦੇ ਪੇਪਰ ਦੇ ਲਈ। ਔਰ ਆਪਣੇ ਚੈਨਲ ਲਰਨ ਗੇਟ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਔਰ ਸਬਸਕ੍ਰਾਈਬ ਕਰਨਾ। ਥੈਂਕ ਯੂ ਵੈਰੀ ਮੱਚ।